पहला मैं एक छोटी जानकारी अपने पाठक नाल साझी करी जाना वीरो। स्किल डिवेलपमेंट सेंटर पंजाब एग्रीकल्चर यूनिवर्सिटी विखे है, ਉਹਦੇ ਵੱਲੋਂ ਇੱਕ ਸਰਬਪੱਖੀ ਖੇਤੀਬਾੜੀ ਦਾ ਤਿਮਾਹੀ ਸਿਖਲਾਈ ਕੋਰਸ ਉਹ ਆਯੋਜਿਤ ਕੀਤਾ ਜਾ ਰਿਹਾ ਹੈ। 30 ਤਰੀਕ ਤੱਕ ਤੁਸੀਂ 30 ਦਸੰਬਰ ਤੱਕ ਉਹਦੇ ਲਈ ਆਪਣੀ ਅਰਜ਼ੀਆਂ ਦੇ ਸਕਦੇ ਹੋ। ਸਕਿੱਲ ਡਿਵੈਲਪਮੈਂਟ ਸੈਂਟਰ ਜਾ ਕੇ ਤੁਸੀਂ ਅਰਜ਼ੀ ਦੇ ਸਕਦੇ ਹੋ, ਜਾਂ ਤੁਸੀਂ ਜੇ ਫਾਰਮ ਲੈਣਾ ਹੈ ਤਾਂ ਫਾਰਮ ਸਾਡੀ PAU ਦੀ ਵੈਬਸਾਈਟ www.pau.edu ਤੇ ਵੀ ਅਵੇਲੇਬਲ ਹੈ। ਸਿਰ 10ਵੀਂ ਦਾ ਇੱਕ ਸਰਟੀਫਿਕੇਟ ਚਾਹੀਦਾ ਜਿਹਦੇ 'ਚ ਵੀ ਉਮਰ आप जी की दर्ज असी उम्र का अंदाजा लाना है भी 40 साल तो घट है तो 20 साल तो वध है, वो अंदाजा ला के उस तो बाद सिर्फ आप जी को 1000 रुपए सिक्योरिटी लैनी है। सिक्योरिटी जो तुम सफलतापूर्वक अपना कोर्स मुकम्मल कर लेने हैं तो वह सिक्योरिटी तुहानू वापस की जानी है। तो महीने का सिर्फ खर्चा रहन सहन का जो है वो 300 रुपया सिर्फ असीं खर्चा लेना है। ये तो तिमाही कोर्स दी गल्लां हो गईयां। अपनी आप जे कहिए एक ਖੇਤੀਬਾੜੀ ਦੀ ਇੱਕ ਚੰਗੀ ਡਿਗਰੀ ਨੂੰ 3 ਮਹੀਨਿਆਂ ਦੇ ਵਿੱਚ ਡੱਬਾਬੰਦ ਕਰਨਾ, ਛੋਟਾ ਜਿਹਾ ਉਹਦਾ ਕੈਪਸੂਲ ਬਣਾਉਣਾ, ਉਹਦੇ 'ਚ ਤਿਮਾਹੀ ਕੋਰਸ ਦੇ ਸਾਰਾ ਕੁਝ ਉਪਲਬਧ, ਸਹਾਇਕ ਕਿੱਤਿਆਂ ਦੀ ਸਾਰੀ ਜਾਣਕਾਰੀ, ਫਸਲ ਵਿਗਿਆਨ ਦੀ ਜਾਣਕਾਰੀ, ਕੀੜ ਵਿਗਿਆਨ ਦੀ ਜਾਣਕਾਰੀ ਹੈ, ਪੌਦਾ ਰੋਗ ਹਸਪਤਾਲ ਦੀ ਉਹਦੀ ਜਾਣਕਾਰੀ ਹੈ, ਵਗੈਰਾ ਵਗੈਰਾ ਅਲੱਗ-ਅਲੱਗ ਜੋ ਵਿਸ਼ੇ ਨੇ ਉਹ ਸਾਰੇ ਇਸ ਵਿੱਚ ਪੜ੍ਹਾਏ ਜਾਂਦੇ ਨੇ। ਉਸ ਤੋਂ ਇਲਾਵਾ ਜੇ ਤੁਸੀਂ ਛੋਟੇ ਕੋਰਸ ਜਿਹੜੇ 2 ਤੋਂ ਲੈ ਕੇ 3 ਦਿਨ ਦੇ ਕੋਰਸ ਨੇ ਉਹਨਾਂ ਬਾਰੇ ਵੀ ਜਾਣਕਾਰੀ ਲੈਣੀ ਆ, ਉਹਨਾਂ ਵਿੱਚ ਤੁਸੀਂ ਭਾਗ ਲੈਣਾ ਹੈ, ਸਿਖਲਾਈਆਂ ਲੈਣੀਆਂ, ਆਪਣੀ ਖੇਤੀ ਨੂੰ ਤਕਨੀਕੀ ਲੀਹਾਂ ਤੇ ਤੋਰਨਾ ਹੈ, ਤਾਂ ਉਹਦੇ ਲਈ ਵੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ ਸੰਪਰਕ ਕੀਤਾ ਜਾਂਦਾ। ਫਿਰ ਮੈਂ ਤੁਹਾਨੂੰ ਦੁਬਾਰਾ ਯਾਦ ਕਰਾਵਾਂਗਾ, ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਣਾ, ਖਬਲੇ ਪਾਸੇ ਦੇਖੋ ਤਾਂ ਇੱਕ ਆਈਕਨ ਹੋਊਗਾ ਸਕਿੱਲ ਡਿਵੈਲਪਮੈਂਟ ਸੈਂਟਰ, ਉਹਨੂੰ ਕਲਿੱਕ ਕਰੋਗੇ ਤਾਂ ਉੱਥੇ ਸਾਰੇ ਫਾਰਮ, ਸਾਰੀਆਂ ਸਿਖਲਾਈਆਂ ਦਾ ਬਿਊਰਾ ਉਹ ਉੱਥੇ ਤੁਹਾਨੂੰ ਉਪਲਬਧ ਹੋਊਗਾ। डॉक्टर सिमर आए ने सीनियर विज्ञानी ने फसल विज्ञान अपनी विषय दे ते साडी यूनिवर्सिटी दे पौधा रोग हस्पताल दे विच भी बतौर विज्ञानी, क्योंकि पौधा रोग हस्पताल एक नवीकली किस्म का उपराला पंजाब एग्रीकल्चर यूनिवर्सिटी जिहदे विच असीं अलग-अलग विषयां दे विज्ञानी जिहड़े ने उत्थे रखणे, तुसीं उहनां नूं फोन राहीं राबता कायम कर सकदे हो, जां आप कहिए मेल राहीं राबता कायम कर सकदे हो, जां चिट्ठी पत्र तुसीं पा सकदे हो। सो तुहाडी फसलां बाबत कोई भी समस्या है तुसीं उत्थे संपर्क करना है। साडे विज्ञानी उत्थे तैनात ने, अलग-अलग विषयां दे ने। फसल विज्ञान तो डॉक्टर सिमरजीत ने ये दस रहे थे पिछले कुछ दिनों तो नदीना बाबत कणकां दे विच भी कई इनकुआयरियां आ रही सीगियां ते ਉਹ आप गलबात करांगे। रविंदर ते मैं थोड़ा जिहा दिलचस्प बनाउण दी कोशिश करांगे। मैडम इस वेले जो फोन ਦੀਆਂ ਤੁਸੀਂ कह रहे भी आ रहे ने, फोन कॉल्स आ रही ਉਹਦੇ ਵਿੱਚ भी ਕਿਹੜੇ-ਕਿਹੜੇ ਨਦੀਨਾਂ ਦੀ ਮੇਲ ਜ਼ਿਕਰ ਹੋ ਰਿਹਾ ਜੀ? ਜਿਹੜੇ ਜ਼ਿਆਦਾ ਫੋਨ ਤੇ ਕੁਐਰੀਜ਼ ਆ ਰਹੀਆਂ ਨੇ ਫਾਰਮਰਸ ਦੀਆਂ, ਉਹ ਜ਼ਿਆਦਾਤਰ ਆ ਰਹੀਆਂ ਨੇ ਕਣਕ ਦੀ ਫਸਲ ਵਿੱਚ ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਆ ਰਹੀ ਹੈ, ਤੇ ਕਈ ਜਿਹੜੇ ਇਲਾਕੇ ਜਿੱਥੇ ਮੋਇਸਚਰ ਬਹੁਤ ਜ਼ਿਆਦਾ ਰਹਿੰਦਾ ਹੈ ਉੱਥੇ ਬੂਈ ਦੀ ਸਮੱਸਿਆ ਬਹੁਤ ਆ ਰਹੀ ਹੈ ਖੇਤਾਂ ਵਿੱਚ। ਤੇ ਉਸ ਤੋਂ ਇਲਾਵਾ ਕਈ ਤਰ੍ਹਾਂ ਦੇ ਚੌੜੇ ਪੱਤਿਆਂ ਦੇ ਨਦੀਨ ਹੁੰਦੇ ਨੇ, ਜਿਵੇਂ ਜੰਗਲੀ ਪਾਲਕ ਹੈ, ਕੰਡਿਆਰੀ ਪਾਲਕ ਹੈ, ਮੈਣਾ, ਮੈਣੀ, ਜਿਹਨੂੰ ਕਈ ਇਲਾਕਿਆਂ 'ਚ ਖੰਡੀ ਵੀ ਕਹਿੰਦੇ ਨੇ, ਜਾਂ ਪਿੱਤ ਪਾਪੜਾ, ਜੰਗਲੀ ਸੇਂਜੀ, ਜੰਗਲੀ ਹਾਲੋਂ, ਇਹੋ ਜਿਹੇ ਕਈ ਨਦੀਨ ਨੇ ਜਿਹੜੇ ਖੇਤਾਂ ਵਿੱਚ ਆਪਣੇ ਕਣਕ ਦੀਆਂ ਫਸਲਾਂ ਵਿੱਚ ਆਮ ਤੌਰ ਤੇ ਪਾਏ ਜਾਂਦੇ ਨੇ। ਜੀ 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 ਜੀ। ਤੇ ਮੈਡਮ ਇਹਨਾਂ ਜੋ ਜੇ ਆਪਾਂ ਕੀ ਮੇਜਰ ਤੌਰ ਤੇ ਜਿਵੇਂ ਗੁੱਲੀ ਡੰਡੇ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਉਹਦੀ ਜ਼ਿਆਦਾ ਸਮੱਸਿਆ ਉਹਦਾ ਇੰਨਾ ਜ਼ਿਆਦਾ ਵੀ ਆਪਾਂ ਜੇ ਕਹੀਏ ਰੈਜ਼ਿਸਟੈਂਸ ਵੀ ਉਹਦੀ ਡਿਵੈਲਪ ਹੋ ਗਈ ਹੈ, ਪ੍ਰਤੀਰੋਧਕਤਾ ਡਿਵੈਲਪ ਹੋ ਗਈ ਹੈ, ਉਹਦਾ ਕਾਰਨ ਕੀ ਹੈ ਜੀ, ਉਹ ਦੱਸੋ ਤਾਂ। ਲਗਾਤਾਰ ਜਦੋਂ ਆਪਾਂ ਝੋਨਾ ਕਣਕ ਫਸਲੀ ਚੱਕਰ ਲਗਾ ਰਹੇ ਹਾਂ ਤਾਂ ਕਣਕ ਦੀ ਫਸਲ ਵਿੱਚ ਜਿਹੜੀ ਗੁੱਲੀ ਡੰਡੇ ਦੀ ਸਮੱਸਿਆ ਵਧੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਝੋਨੇ ਦੀ ਬਜਾਏ ਅਗਰ ਆਪਾਂ ਕੋਈ ਹੋਰ ਫਸਲ ਲੈਣੇ ਆ ਜਾਂ ਕਣਕ ਦੀ ਥਾਂ ਤੇ ਕੋਈ ਹੋਰ ਫਸਲ ਲੈਣੇ ਆ ਤਾਂ ਇਹੋ ਜਿਹੀਆਂ ਜਿਹੜੀਆਂ ਫਸਲੀ ਚੱਕਰ ਵਿੱਚ ਅਸੀਂ ਦੇਖਿਆ ਹੈ ਕਿ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਘੱਟ ਹੈ। ਸੋ ਲਗਾਤਾਰ ਜਦੋਂ ਆਪਾਂ ਇੱਕੋ ਤਰ੍ਹਾਂ ਦੇ ਨਦੀਨਨਾਸ਼ਕ ਨੂੰ ਸਾਲਾਂ ਬੱਧੀ ਯੂਜ਼ ਕਰਦੇ ਹਾਂ ਤਾਂ ਇਹ ਦੇਖਿਆ ਹੈ ਕਿ ਗੁੱਲੀ ਡੰਡੇ 'ਚ ਹੌਲੀ ਹੌਲੀ ਰੈਜ਼ਿਸਟੈਂਸ ਡਿਵੈਲਪ ਹੋਈ ਜਾ ਰਹੀ ਹੈ। 1995 ਜੋ 90 ਦੇ ਦਹਾਕਿਆਂ ਵਿੱਚ ਆਪਣਾ ਸਭ ਤੋਂ ਪਹਿਲਾਂ ਆਈਸੋਪ੍ਰੋਟਨੋਨ ਫੇਲ ਹੋਈ ਸੀ, ਦੈਨ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਯਤਨਾਂ ਸਦਕਾ 3 ਨਵੇਂ ਕੈਮੀਕਲਸ ਫਾਰਮਰਸ ਨੂੰ ਦਿੱਤੇ ਸੀ, ਜਿਹਦੇ ਵਿੱਚ ਟੌਪਿਕ, ਪਿਊਮਾ ਪਾਵਰ ਤੇ ਲੀਡਰ ਹੈ ਸਲਫੋਸਲਫਿਰਾਨ। ਸੋ ਇਹਨਾਂ ਵਿੱਚ ਵੀ ਦੇਖਿਆ ਕਿ ਸਮੇਂ ਦੇ ਨਾਲ ਹੌਲੀ ਹੌਲੀ ਹੁਣ ਕਈ ਖੇਤਾਂ ਵਿੱਚ ਟੌਪਿਕ ਨੇ ਕੰਮ ਕਰਨਾ ਬੰਦ ਕਰਤਾ ਹੈ, ਕਈ ਖੇਤਾਂ ਵਿੱਚ ਲੀਡਰ ਨਾਲ ਗੁੱਲੀ ਡੰਡੇ ਦੀ ਰੋਕਥਾਮ ਨਹੀਂ ਹੋ ਪਾ ਰਹੀ। ਸੋ ਅਲੱਗ-ਅਲੱਗ ਖੇਤਾਂ ਵਿੱਚ ਅਲੱਗ-ਅਲੱਗ ਨਦੀਨਨਾਸ਼ਕਾਂ ਪ੍ਰਤੀ ਰੋਧਿਕਾ ਦੇਖੀ ਗਈ ਹੈ। ਕਹਿਣ ਦਾ ਮਤਲਬ ਡਾਕਟਰ ਸਾਹਿਬ ਜਦੋਂ ਕੋਈ ਵੀ ਨਦੀਨ ਜਿਹੜਾ ਲੰਬਾ ਚਲਾ ਜਾਂਦਾ ਤੇ ਉਹਦੀ ਫਿਰ ਰੈਜ਼ਿਸਟੈਂਸ ਜਿਹੜੀ ਉਹ ਕਹਿ ਸਕਦੇ ਆਪਦੀ ਕਹਿ ਸਕਦੇ ਮੈਂ ਆਪਦੀ ਹੋ ਜਾਂਦਾ ਜੀ।
ਤੇ ਉਹਦੇ ਤੇ ਫਿਰ ਦਵਾਈ ਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਅਸਰ ਹੋਣਾ ਜਿਹੜਾ ਬੰਦ ਹੋ ਜਾਂਦਾ ਹੈ। ਸੋ ਡਾਕਟਰ ਸਾਹਿਬ ਹੁਣ ਇਹ ਜਿਹੜੀ ਸਮੱਸਿਆ ਬਹੁਤ ਵੱਡੀ ਹੈ, ਇਹ ਨਹੀਂ ਕੰਟਰੋਲ ਹੋ ਰਹੀ, ਤੇ ਤੁਸੀਂ ਵਿਗਿਆਨੀ ਹੋ ਤੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਵੀ ਇਹਦੇ ਅਸੀਂ ਜਿਹੜਾ ਨੁਕਸਾਨ ਜਿਹੜਾ ਗੁੱਲੀ ਡੰਡਾ ਸਾਡੀ ਫਸਲ ਦਾ ਕਰਦਾ, ਅਸੀਂ ਕਿਵੇਂ ਬਚੀਏ, ਕੀ ਹੱਲ ਨੇ? ਮੈਨੂੰ ਜਿਵੇਂ ਜਦੋਂ ਕੋਈ ਕਾਲ ਆਉਂਦੀ ਹੈ, ਸਭ ਤੋਂ ਪਹਿਲਾਂ ਮੇਰਾ ਕੁਐਸਚਨ ਇਹੀ ਹੁੰਦਾ ਹੈ ਕਿ ਤੁਸੀਂ ਪਿਛਲੇ ਸਾਲ ਕਿਹੜੀ ਨਦੀਨਨਾਸ਼ਕ ਸਪਰੇਅ ਕੀਤੀ ਸੀ। ਸੋ ਹਿਸਟਰੀ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਖੇਤ ਵਿੱਚ ਜਿਹੜਾ ਗੁੱਲੀ ਡੰਡਾ ਹੋ ਰਿਹਾ ਹੈ, ਉਹਦੇ ਤੇ ਕਿਹੜੇ ਨਦੀਨਨਾਸ਼ਕ ਕੰਮ ਕਰਨਾ ਬੰਦ ਕਰ ਗਏ ਨੇ। ਸੋ ਇਹ ਆਮ ਤੌਰ ਤੇ ਫਾਰਮਰਸ ਜਦੋਂ ਕਹਿੰਦੇ ਨੇ ਕਿ ਮੈਂ ਜੀ ਬਾਜ਼ਾਰ 'ਚ ਗਿਆ ਤਾਂ ਉਹਨੂੰ ਕਿਹਾ ਗੁੱਲੀ ਡੰਡੇ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ, ਤਾਂ ਉਹਨੇ ਮੈਨੂੰ ਟੌਪਿਕ ਦੇਤੀ, ਨਾਲ ਐਕਸੀਅਲ ਦੇਤੀ ਤੇ ਨਾਲ ਐਰੀਲੋਨ ਦੀ ਪੂੜੀ ਜੀ ਬਣਾ ਕੇ ਦੇਤੀ, ਜਾਂ ਮੈਟਰੀਬਿਊਜ਼ਨ ਦੀ ਪੂੜੀ ਬਣਾ ਕੇ ਦੇ ਦਿੰਦੇ ਨੇ। ਸੋ ਇੱਕ ਤਰ੍ਹਾਂ ਨਾਲ ਕਾਕਟੇਲ ਜੀ ਮਾਰਕੀਟ 'ਚ ਮਿਲ ਰਹੀ ਹੈ ਫਾਰਮਰ ਨੂੰ ਜਦੋਂ ਜਾਂਦਾ ਹੈ। ਸੋ ਫਿਰ ਅਸੀਂ ਉਹਨਾਂ ਨੂੰ ਕਹੀਦਾ ਕਿ ਤੁਸੀਂ ਇਹ ਕਿਉਂ ਲਈ ਉਹਨਾਂ ਤੋਂ। ਸੋ ਬੈਟਰ ਹੈ ਕਿ ਤੁਸੀਂ ਅਗਰ ਤੁਹਾਡੇ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਜਿਹੜੇ ਵੀ ਜ਼ਿਲ੍ਹੇ ਨਾਲ ਸੰਬੰਧਿਤ ਰੱਖਦੇ ਹੋ, ਹਰੇਕ ਜ਼ਿਲ੍ਹੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਦਾਰੇ ਹੈਗੇ ਨੇ, ਨਹੀਂ ਤਾਂ ਪੰਜਾਬ ਸਰਕਾਰ ਮਹਿਕਮਾ ਉਹਦਾ ਖੇਤੀਬਾੜੀ ਮਹਿਕਮਾ, ਉਹਦੇ ਵਿੱਚ ਵੀ ਸਾਇੰਟਿਸਟ ਬੈਠੇ ਨੇ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਖੇਤ 'ਚ ਮੈਂ ਕਿਹੜੇ ਪਿਛਲੇ ਸਾਲਾਂ ਤੋਂ ਕਿਹੜੇ ਨਦੀਨਨਾਸ਼ਕ ਦਾ ਯੂਜ਼ ਕਰਦਾ ਆ ਰਿਹਾ, ਤਾਂ ਕਿ ਜੇ ਪਤਾ ਹੈ ਕਿ ਟੌਪਿਕ ਨਾਲ ਨਦੀਨ ਮੇਰਾ ਨਹੀਂ ਮਾਰ ਰਿਹਾ ਤਾਂ ਮੈਂ ਟੌਪਿਕ ਦੀ ਡਬਲ ਡੋਜ਼ ਜਾਂ ਉਹਨੂੰ ਮਿਕਸ ਕਰਨ ਦਾ ਕੰਮ ਨਾ ਕਰਾਂ, ਸਗੋਂ ਰਾਦਰ ਮੈਂ ਦੂਸਰੇ ਗਰੁੱਪ ਜਿਹੜਾ ਨਦੀਨਨਾਸ਼ਕ ਦਾ ਦੂਜਾ ਗਰੁੱਪ ਹੈ ਉਹਨੂੰ ਇਸਤੇਮਾਲ ਕਰਾਂ। ਇਹਦੀ ਵਧੇਰੇ ਜਾਣਕਾਰੀ ਲਈ ਵੈਸੇ ਜੇਕਰ ਅਖਬਾਰਾਂ ਪੜ੍ਹਦੇ ਹੋ ਤਾਂ ਅੱਜ ਦੇ ਅਜੀਤ ਅਖਬਾਰ ਵਿੱਚ ਵੀ ਡਾਕਟਰ ਮੱਖਣ ਸਿੰਘ ਭੁੱਲਰ ਦਾ ਬਹੁਤ ਸੋਹਣਾ ਆਰਟੀਕਲ ਆਇਆ ਹੈ, ਸੋ ਤੁਸੀਂ ਉਹ ਵੀ ਪੜ੍ਹ ਸਕਦੇ ਹੋ। ਜਿਹੜੇ ਸਾਡੇ ਚੰਗੀ ਖੇਤੀ ਹੈ ਜਾਂ ਪ੍ਰੋਗਰੈਸਿਵ ਫਾਰਮਿੰਗ ਹੈ, ਇਹਦੇ ਵਿੱਚ ਵੀ ਅਸੀਂ ਇਸ ਮਹੀਨੇ ਆਰਟੀਕਲ ਭੇਜੇ ਨੇ ਜਿੰਦੇ ਚੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ, ਨਹੀਂ ਤਾਂ ਸਾਨੂੰ ਫੋਨ ਕਰ ਸਕਦੇ ਹੋ, ਟੋਲ ਫ੍ਰੀ ਨੰਬਰ ਤੇ ਵੀ ਹੈਗੇ ਨੇ। ਸੋ ਸਭ ਤੋਂ ਪਹਿਲਾਂ ਜਾਣਕਾਰੀ ਲਓ ਕਿ ਕਿਹੜਾ ਨਦੀਨ ਨਾਸ਼ਕ ਮੈਂ ਵਰਤਣਾ ਹੈ ਤੇ ਉਹਦਾ ਵਰਤਣ ਦਾ ਤਰੀਕਾ ਕੀ ਹੈ, ਕਿਉਂਕਿ ਕੋਈ ਵੀ ਨਦੀਨਨਾਸ਼ਕ ਉਹ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਸਹੀ ਮਾਤਰਾ ਵਿੱਚ ਸਪਰੇਅ ਕੀਤਾ ਜਾਵੇ ਤਾਂ ਹੀ ਅਸਰ ਕਰਦਾ ਹੈ। ਕਹਿਣ ਦਾ ਮਤਲਬ ਡਾਕਟਰ ਸਾਹਿਬ, ਅਸੀਂ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਟੌਪਿਕ ਸਾਡੇ ਕਿਸਾਨ ਵੀ ਵਰਤ ਰਹੇ, ਉਹ ਲਗਾਤਾਰ ਟੌਪਿਕ ਹੀ ਵਰਤੀ ਜਾਣ ਤਾਂ ਉਹ ਜਿਵੇਂ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਕਹਿ ਦਿੱਤਾ ਉਹ ਆਦਤ ਪੈ ਜਾਂਦੀ ਤੇ ਉਹ ਤੇ ਅਸਰ ਕਰਨਾ ਬੰਦ ਕਰ ਦਿੰਦਾ ਜਿਹੜਾ ਸਪਰੇਅ ਹੈ ਸਾਡੀ। ਸੋ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ, ਡਾਕਟਰ ਸਾਹਿਬ ਨੇ ਦੱਸੀ ਹੈ ਵੀ ਪਿਛਲੇ ਜਿਹੜੇ ਅਸੀਂ ਸੀਜ਼ਨ ਦੇ ਵਿੱਚ ਆ ਉਦੋਂ ਅਸੀਂ ਕਿਹੜੀ ਸਪਰੇਅ ਵਰਤੀ ਸੀ ਤੇ ਅਸੀਂ ਉਹ ਸਪਰੇਅ ਕਿਸਾਨ ਵੀਰੋ ਨਹੀਂ ਵਰਤਣੀ, ਅਸੀਂ ਹੋਰ ਸਪਰੇਅ ਵਰਤਣੀ ਹੈ। ਤੇ ਜੇ ਸਾਡੇ ਮਾਹਰਾਂ ਦੀ ਜਿਹੜੀ ਤੁਸੀਂ ਰਾਏ ਨਾਲ ਚੱਲੋਗੇ ਤਾਂ ਹੋ ਸਕਦਾ ਤੁਹਾਨੂੰ ਬਿਲਕੁਲ ਵੀ ਜਿਹੜਾ ਇਹ ਚੀਜ਼ ਦਾ ਨੁਕਸਾਨ ਸਾਹਮਣਾ ਨਾ ਕਰਨਾ ਪਵੇ। ਸੋ ਡਾਕਟਰ ਸਾਹਿਬ ਇਹ ਤਾਂ ਅਸੀਂ ਗੱਲ ਗੁੱਲੀ ਡੰਡੇ ਬਾਰੇ, ਤੁਸੀਂ ਕੁਝ ਹੋਰ ਨਦੀਨਾਂ ਦੀ ਵੀ ਗੱਲ ਕੀਤੀ ਸੀ। ਸੋ ਉਹ ਨਦੀਨ ਜੇ ਉਹ ਸਾਡੇ ਖੇਤ ਵਿੱਚ ਉੱਗ ਪੈਣ ਤਾਂ ਉਹਨਾਂ ਨੂੰ ਰੋਕਣ ਲਈ ਸਾਨੂੰ ਕਿਹੜੇ ਹੱਲ ਕਰਨੇ ਚਾਹੀਦੇ ਨੇ? ਸੋ ਸਭ ਤੋਂ ਪਹਿਲਾਂ ਤਾਂ ਨਦੀਨਾਂ ਦੀ ਰੋਕਥਾਮ ਜਦੋਂ ਆਪਾਂ ਦੋਵੇਂ ਤਰ੍ਹਾਂ ਦੇ ਘਾਹ ਤੇ ਚੌੜੇ ਪੱਤੇ ਨਦੀਨ ਆਪਣੇ ਖੇਤਾਂ 'ਚ ਵੇਖਦੇ ਹਾਂ ਤਾਂ ਜਾਂ ਤਾਂ ਆਪਾਂ ਟੈਂਕ ਮਿਕਸ ਕਰ ਸਕਦੇ ਹਾਂ, ਦੋ ਨਦੀਨਨਾਸ਼ਕ ਜਿਵੇਂ ਟੌਪਿਕ ਤੇ 2,4-D ਨੂੰ ਮਿਕਸ ਕਰਕੇ ਆਪਾਂ ਇਕੱਠੀ ਸਪਰੇਅ ਕਰ ਸਕਦੇ ਹਾਂ, ਜਾਂ ਫਿਰ ਕਈ ਪ੍ਰੀਮਿਕਸ ਅਵੇਲੇਬਲ ਨੇ ਜਿਵੇਂ ਅਟਲਾਂਟਿਸ ਹੈ ਜਾਂ ਟੋਟਲ ਹੈ, ਇਹਨਾਂ ਦੀ ਆਪਾਂ ਛਿੜਕਾਅ ਕਰ ਸਕਦੇ ਹਾਂ। ਜਦੋਂ ਆਪਾਂ ਟੋਟਲ ਇਸਤੇਮਾਲ ਕਰਨੀ ਹੈ ਤਾਂ ਇਹ ਖਿਆਲ ਰੱਖਣਾ ਹੈ ਕਿ ਤੁਸੀਂ ਸਿਰਫ ਝੋਨਾ ਕਣਕ ਫਸਲੀ ਚੱਕਰ 'ਚ ਹੀ ਵਰਤੋ। ਜੇਕਰ ਤੁਸੀਂ ਕਣਕ ਤੋਂ ਬਾਅਦ ਮੱਕੀ ਜਾਂ ਚਰੀ ਦੀ ਫਸਲ ਲੈਣੀ ਹੈ ਤਾਂ ਉਹਨਾਂ ਖੇਤਾਂ ਵਿੱਚ ਆਪਾਂ ਸਰਪੋ ਸਲਫਰਾਂ ਨਹੀਂ ਵਰਤਣੀ। ਸੋ ਉਸ ਤੋਂ ਇਲਾਵਾ ਜਿਹੜੀ ਆਪਣੀਆਂ ਹੋਰ ਜਿਨ੍ਹਾਂ ਖੇਤਾਂ 'ਚ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਗੁੱਲੀ ਡੰਡਾ ਕਿਸੇ ਵੀ ਨਦੀਨਨਾਸ਼ਕ ਨਾਲ ਨਾ ਮਾਰ ਰਿਹਾ ਹੋਵੇ, ਤਾਂ ਪਿਛਲੇ 2 ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸ਼ਗਨ 2111 ਅਤੇ ACM 9 ਦੀ ਸਿਫਾਰਿਸ਼ ਕੀਤੀ ਹੈ। ਇਹਦੇ ਵਿੱਚ ਮੈਟਰੀਬਿਊਜ਼ਨ ਤੇ ਕਲੋਰੀਨਾਫਾਸ ਦਾ ਕੰਬੀਨੇਸ਼ਨ ਹੈਗਾ। ਸੋ ਇਹ ਦੇਖਿਆ ਕਿ ਇਹ ਨਦੀਨਨਾਸ਼ਕ ਗੁੱਲੀ ਡੰਡੇ ਨੂੰ ਕਾਫੀ ਹੱਦ ਤੱਕ ਮਾਰ ਲੈਂਦਾ ਹੈ ਤੇ ਬਾਕੀ ਸਾਰੇ ਨਦੀਨਾਂ ਦੀ ਵੀ ਚੰਗੀ ਰੋਕਥਾਮ ਕਰ ਸਕਦਾ ਹੈ। ਪਰ ਇੱਕ ਖਿਆਲ ਰੱਖਣਾ ਚਾਹੀਦਾ ਕਿ ਇਹ ਜਿਹੜੀਆਂ ਨਦੀਨਨਾਸ਼ਕ ਹੈ ਦੋਨੋਂ, ਇਹ ਜੇਕਰ ਨੱਤ PBW 550 ਵੈਰਾਈਟੀ ਤੁਸੀਂ ਲਾਈ ਹੈ ਤਾਂ ਉਹਨਾਂ ਖੇਤਾਂ ਵਿੱਚ ਨਾ ਇਸਤੇਮਾਲ ਕਰੋ, ਕਿਉਂਕਿ ਉਹਨੂੰ ਇਹ ਥੋੜੀਆਂ ਜਿਹੀਆਂ ਟੌਕਸਿਕ ਨੇ। ਇਸ ਤੋਂ ਇਲਾਵਾ ਆਪਾਂ ਦੇਖਦੇ ਆ ਰਹੇ ਹਾਂ ਕਿ ਲਗਾਤਾਰ ਆਪਾਂ ਹਰੇਕ ਸਾਲ ਨਦੀਨਨਾਸ਼ਕ ਵਰਤੀ ਜਾ ਰਹੇ ਹਾਂ, ਪਰ ਸਮੱਸਿਆ ਫਿਰ ਵੀ ਉੱਥੇ ਦੀ ਉੱਥੇ ਖੜੀ ਹੈ। ਸੋ ਇਹਨਾਂ ਹਾਲਤਾਂ ਵਿੱਚ ਆਪਾਂ ਨੂੰ ਜਿਹੜੀ ਆਪਣੇ ਨਦੀਨ ਦੇ ਬੀਜ ਦੀ ਜਮ੍ਹਾਂ ਪੂੰਜੀ ਹੈ ਆਪਣੀ ਜ਼ਮੀਨ ਵਿੱਚ, ਉਹਨੂੰ ਘਟਾਉਣਾ ਚਾਹੀਦਾ ਹੈ। ਜਦੋਂ ਆਪਾਂ ਗੁੱਲੀ ਡੰਡੇ ਦੇ 3-4 ਲੋ ਆਉਂਦੇ ਨੇ ਇੱਕ ਆਪਾਂ ਜੇ ਫਸਲ ਦੇ ਅੰਤਰਾਲ ਲਈਏ ਪੂਰਾ, ਤੇ ਜਿਹੜਾ ਤੀਜਾ ਚੌਥਾ ਲੋ ਆ ਚਾਹੇ ਝਾੜ ਨੂੰ ਬਿਲਕੁਲ ਨਹੀਂ ਘਟਾਉਂਦਾ, ਪਰ ਉਹਦੇ ਨਾਲ ਕੀ ਹੈ ਕਿ ਇੱਕ ਸਿੱਟੇ ਵਿੱਚ 300 ਤੋਂ 400 ਦਾਣਾ ਹੁੰਦਾ ਤੇ ਗੁੱਲੀ ਡੰਡੇ ਦੇ ਇੱਕ ਬੂਟੇ ਦੇ 10 ਤੋਂ 12 ਟਿੱਲਰ ਹੁੰਦੇ ਨੇ। ਸੋ ਕਿੰਨਾ ਸਾਰਾ ਬੀਜ ਆਪਾਂ ਜ਼ਮੀਨ ਦੇ ਵਾਪਸ ਵਿੱਚ ਪਾ ਦਿੰਦੇ ਹਾਂ। ਸੋ ਇਸ ਕਰਕੇ ਆਪਾਂ ਦੇਖਦੇ ਹਾਂ ਕਿ ਲਗਾਤਾਰ ਆਪਣੀ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ। ਹੋਰ ਵੀ ਕਈ ਤਰੀਕਿਆਂ ਨਾਲ ਨਦੀਨ ਆਪਣੇ ਖੇਤ ਵਿੱਚ ਆਉਂਦਾ, ਜਿਵੇਂ ਕੰਬਾਈਨ ਜਿਹੜੀ ਸਾਫ਼ ਕੀਤੇ ਬਿਨਾਂ ਆਪਣੇ ਖੇਤ ਲੈ ਆਉਣੀ, ਜਾਂ ਬੀਜ ਵਿੱਚ ਹੀ ਨਦੀਨ ਦਾ ਬੀਜ ਮਿਕਸ ਹੋਵੇ,
ਜਾਂ ਹਵਾ ਨਾਲ, ਪਾਣੀ ਨਾਲ। ਸੋ ਆਪਾਂ ਨੂੰ ਕਈ ਤਰੀਕੇ ਇਹੋ ਜਿਹੇ ਆ ਜਿਨ੍ਹਾਂ ਨਾਲ ਆਪਾਂ ਅਗਰ ਆਪਾਂ ਪੂਰੇ ਤੋਂ ਜਿਹਨੂੰ ਆਪਾਂ ਕਹਿੰਦੇ ਨਾ ਸਰਵਪੱਖੀ ਰੋਕਥਾਮ ਕਰੀਏ ਤਾਂ ਹੀ ਆਪਾਂ ਨਦੀਨਾਂ ਤੋਂ ਛੁਟਕਾਰਾ ਪਾ ਸਕਦੇ ਆ। ਨਹੀਂ ਤਾਂ ਨਦੀਨ ਤੇ ਫਸਲ, ਕਿਉਂਕਿ ਦੋਨੋਂ ਹੀ ਆਟੋਟ੍ਰੋਫ ਆ, ਆਪਣਾ ਭੋਜਨ ਖੁਦ ਬਣਾਉਂਦੇ ਨੇ ਜੀ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਜੇ ਆਪਾਂ ਹੱਲ ਕਰਨਾ, ਰੋਕਥਾਮ ਕਰਨੀ ਆ, ਤੇ ਇਹਦੇ ਵਿੱਚ ਆਪਾਂ ਨੂੰ ਕਈ ਤਰੀਕੇ ਇਕੱਠੇ ਅਪਣਾਉਣੇ ਪੈਣਗੇ। ਇੱਕੋ ਤਰੀਕੇ ਦੇ ਨਾਲ 100% ਦੀ ਹੱਲ ਪੋਸੀਬਲ ਨਹੀਂ ਹੈ ਜੀ। ਸੋ ਬਹੁਤ ਜਿਹੜੀਆਂ ਗੱਲਾਂ ਧਿਆਨ ਰੱਖਣ ਦੀ ਲੋੜ ਹੈ ਕਿਸਾਨ ਵੀਰੋ। ਕੱਲਾ ਜਿਵੇਂ ਆਪਾਂ ਕਹਿੰਦੇ ਵੀ ਸਪਰੇਅ ਕਰਕੇ ਅਸੀਂ ਆਪਦੇ ਜਿਹੜਾ ਖੇਤ ਨੂੰ ਬਚਾ ਸਕਦੇ। ਡਾਕਟਰ ਸਾਹਿਬ ਨੇ ਦੱਸਿਆ ਵੀ ਕੰਬਾਈਨਰ ਨਾਲ ਕਈ ਵਾਰੀ ਬੀਜ ਜਿਹੜਾ ਸਾਡੇ ਖੇਤਾਂ ਵਿੱਚ ਆ ਜਾਂਦਾ, ਸਾਡੇ ਕਣਕ ਦੇ ਬੀਜ ਨਾਲ ਜਿਹੜਾ ਬੀਜ ਸਾਡੇ ਖੇਤਾਂ ਵਿੱਚ ਆ ਜਾਂਦਾ। ਤੇ ਜਿਹੜੀ ਡਾਕਟਰ ਸਾਹਿਬ ਨੇ ਮਾਤਰਾ ਦੱਸੀ ਹੈ ਵੀ ਇੱਕ ਜਿਹੜੇ ਗੁੱਲੀ ਡੰਡੇ ਦਾ ਜਿਹੜਾ ਬੂਟਾ ਉਹ ਕਿੰਨੇ ਬੀਜ ਸਿੱਟੇ ਤਾਂ ਸਾਡਾ ਕਿੰਨਾ ਨੁਕਸਾਨ, ਇਹ ਗੱਲਾਂ ਬਿਲਕੁਲ ਤੁਸੀਂ ਧਿਆਨ 'ਚ ਰੱਖਣੀਆਂ ਨੇ ਤਾਂ ਜੋ ਅਸੀਂ ਆਪਦਾ ਹੋਣ ਵਾਲੇ ਨੁਕਸਾਨ ਤੋਂ ਅਸੀਂ ਬਚ ਸਕੀਏ। ਸੋ ਡਾਕਟਰ ਸਾਹਿਬ ਕੋਈ ਏਦਾਂ ਦਾ ਤਰੀਕਾ ਹੈ ਜੀ, ਜਾਂ ਕੋਈ ਏਦਾਂ ਦੀ ਪ੍ਰੈਕਟਿਸ ਹੈ ਜਾਂ ਕੁਝ ਵੀ ਜਿਹੜਾ ਤੁਹਾਡੇ ਅਨੁਸਾਰ ਹੋਵੇ ਵੀ ਅਸੀਂ ਆਪਣੇ ਜਿਹੜੀ ਫਸਲ ਨੂੰ, ਖੇਤ ਨੂੰ ਬਿਲਕੁਲ ਹੀ ਨਦੀਨਾਂ ਤੋਂ ਫ੍ਰੀ ਕਰ ਸਕੀਏ, ਵੀਡ ਫ੍ਰੀ ਕਰ ਸਕੀਏ? ਮੈਂ ਡਾਕਟਰ ਸਿਮਰ, ਕਿਉਂਕਿ ਬੜੀ ਦਿਲਚਸਪ ਤੁਹਾਡੀ ਵਾਰਤਾਲਾਪ ਚੱਲ ਰਹੀ ਹੈ, ਮੈਂ ਉਹਦੇ ਵਿੱਚ ਥੋੜਾ ਜਿਹਾ ਉਹਨੂੰ ਹੋਰ ਵੀ ਮੋਨੋਟੋਨਸ ਵੀ ਨਾ ਬਣਨ ਦੇਣ ਲਈ, ਕਿਉਂਕਿ ਲਾਈਕ ਸਾਡਾ ਪ੍ਰੋਗਰਾਮ ਹੈ, ਉਸ ਮੈਂ ਸਵਾਲ ਲੈਣਾ ਚਾਹੁੰਦਾ ਹਾਂ, ਇਜਾਜ਼ਤ ਹੈ ਜੀ? ਤੇ ਉਸ ਤੋਂ ਬਾਅਦ ਜਿਹੜਾ ਰਵੀ ਤੁਹਾਡਾ ਸਵਾਲ ਹੈ ਤੁਸੀਂ ਮੈਡਮ ਨਾਲ ਕਰ ਸਕਦੇ ਹੋ। ਪਹਿਲਾਂ ਤਾਂ ਖੰਨਾ ਜੀ ਦਾ ਬਹੁਤ ਬਹੁਤ ਧੰਨਵਾਦ, ਵਿਕਾਸ ਖੰਨਾ ਜੀ ਤਕਰੀਬਨ ਹਰ ਹਫ਼ਤੇ ਸਾਡੇ ਨਾਲ ਜੁੜਦੇ ਨੇ। ਮਲਕੀਤ ਸਿੰਘ ਗਿੱਲ ਜੀ ਇਹ ਪ੍ਰਿੰਸੀਪਲ ਨੇ, ਇਹ ਵੀ ਸਾਡੇ ਨਾਲ ਲਗਭਗ ਹਰ ਹਫ਼ਤੇ ਜੁੜਦੇ ਨੇ, ਕਾਫੀ ਹੌਸਲਾ ਅਫਜ਼ਾਈ ਕਰਦੇ ਨੇ। ਬੜੀ ਸੋਹਣੀ ਇਹਨਾਂ ਨੇ ਚੀਜ਼ ਲਿਖੀ ਹੈ, ਮਿਲਣ ਲਈ ਕਿਸਾਨਾਂ ਨੂੰ ਹਫ਼ਤੇ ਦਾ ਇੰਤਜ਼ਾਰ ਲਾਉਂਦੇ ਹੋ, ਹਫ਼ਤੇ ਵਿੱਚ 3 ਕੁ ਦਿਨਾਂ ਦਾ ਆਮਣੇ ਸਾਹਮਣੇ ਹੋ ਜਾਣਾ ਚਾਹੀਦਾ ਹੈ। ਲਾਈਵ ਪ੍ਰੋਗਰਾਮ ਨੂੰ ਕਿਸਾਨ ਮੌਕੇ ਦੀ ਬਜਾਏ ਬਾਅਦ ਵਿੱਚ ਵੀ ਵੇਲੇ ਸਮੇਂ ਵੇਖ ਲੈਂਦੇ ਨੇ। ਪ੍ਰਿੰਸੀਪਲ ਮਲਕੀਤ ਸਿੰਘ ਗਿੱਲ ਜੀ। ਅੱਛਾ, ਇਹਦੇ ਚ ਮੈਂ ਪ੍ਰਿੰਸੀਪਲ ਸਾਹਿਬ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ, ਜਿਹੜਾ ਅਸੀਂ ਇਹ ਲਾਈਵ ਪ੍ਰੋਗਰਾਮ ਕਰਦੇ ਹਾਂ, ਇਹ ਸਾਡਾ ਫੇਸਬੁੱਕ ਤੇ ਵੀ ਚੱਲਦਾ ਹੈ, YouTube ਤੇ ਵੀ ਹੈ, ਤੇ ਉਸ ਤੋਂ ਬਾਅਦ ਅਸੀਂ ਇਹ ਪ੍ਰੋਗਰਾਮ ਉਹ ਉੱਥੇ ਹੀ ਪੋਸਟ ਕੀਤਾ ਰਹਿੰਦਾ ਵਾ। ਬੜੇ ਵਿਦਿਆਰਥੀ, ਬੜੇ ਵਿਗਿਆਨੀ, ਬੜੇ ਕਿਸਾਨ ਭੈਣਾਂ ਨੇ ਉਹ ਪ੍ਰੋਗਰਾਮ ਤੁਸੀਂ ਹਫ਼ਤਾਵਾਰੀ ਜਦੋਂ ਮਰਜ਼ੀ ਤੁਸੀਂ 24 ਘੰਟੇ ਉਪਲਬਧ ਹੈ, ਉਹ ਤੁਸੀਂ ਵੇਖ ਸਕਦੇ ਹੋ ਬੜੇ ਸੌਖੇ ਤਰੀਕੇ ਦੇ ਨਾਲ। ਇਹੋ ਜਿਹੀ ਕੋਈ ਵੀ ਪ੍ਰੋਬਲਮ ਨਹੀਂ ਹੈ। ਤੇ ਅਸੀਂ ਜਲਦੀ ਹੀ ਸਾਡੇ ਕੋਲ ਸਾਰੇ ਦੂਜੇ ਟੂਲਸ ਕੁਝ ਹੋਰ ਇਕੱਠਾ ਕਰ ਲਾਂਗੇ, ਤੇ ਇਸ ਨੂੰ ਅਸੀਂ ਹਫ਼ਤੇ 'ਚ 2 ਵਾਰ ਅਸੀਂ ਰਿਪੀਟ ਕਰਨ ਦੀ ਵੀ ਇੱਕ ਤਜਵੀਜ਼ ਕੀਤੀ ਹੈ। ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਡਾਕਟਰ ਬਲਦੇਵ ਸਿੰਘ ਢਿੱਲੋਂ, ਉਹ ਤੁਹਾਡੇ ਵਾਂਗ ਹੀ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਦਿਲਚਸਪੀ ਲੈ ਰਹੇ ਨੇ ਵੀ ਇਹ ਪ੍ਰੋਗਰਾਮ ਇਸ ਵੇਲੇ ਪ੍ਰਸਾਰਣ ਦਾ ਬਹੁਤ ਵਧੀਆ ਮੁੱਢ ਵੱਜ ਰਿਹਾ। ਉਸ ਤੋਂ ਬਾਅਦ ਦੂਜਾ ਇੱਕ ਸਵਾਲ ਸੀਗਾ, ਮੈਂ ਨਾਲ ਉਹ ਸਵਾਲ ਵੀ ਰੱਖ ਲੈਣਾ ਚਾਹੁੰਦਾ। ਉਹਦੇ ਜ਼ਿਕਰ ਕੀਤਾ ਸੀਗਾ ਸਾਨੂੰ ਸਬਜ਼ੀਆਂ ਦੀ ਪਨੀਰੀ ਬਾਰੇ ਗੱਲ ਕੀਤੀ ਸੀ। ਸਤਿ ਸ੍ਰੀ ਅਕਾਲ ਜੀ, ਇਹ ਸੀਗੇ ਰਮਨਦੀਪ ਸਿੰਘ ਜੀ। ਗਰਮੀ ਦੀਆਂ ਸਬਜ਼ੀਆਂ ਦੀਆਂ ਅਗੇਤੀ ਕਾਸ਼ਤ ਬਾਰੇ ਵੀ ਜਾਣਕਾਰੀ ਦਿਓ। ਇੱਕ ਸਬਜ਼ੀਆਂ ਬਾਬਤ ਇੱਕ ਹੋਰ ਮੁੱਖ ਸਵਾਲ ਸੀਗਾ, ਇਹ ਅਸੀਂ ਤੁਹਾਡੇ ਨਾਲ ਵੀ ਹਾਂ ਕਮਿਟਮੈਂਟ ਕਰਦੇ ਹਾਂ, ਅਗਲੇ ਹਫ਼ਤੇ ਅਸੀਂ ਸਬਜ਼ੀਆਂ ਦੇ ਮਾਹਰ ਜ਼ਰੂਰ ਕਾਲ ਕਰਾਂਗੇ। ਤੇ ਉਸ ਤੋਂ ਪਹਿਲਾਂ ਜੇ ਤੁਹਾਨੂੰ ਸਬਜ਼ੀਆਂ ਬਾਬਤ ਕੋਈ ਜਾਣਕਾਰੀ ਦੀ ਲੋੜ ਹੈ, ਯੂਨੀਵਰਸਿਟੀ ਦਾ ਨੰਬਰ ਤੁਸੀਂ ਨੋਟ ਕਰੋ, 0161 ਲੁਧਿਆਣੇ ਦਾ ਫੋਨ ਨੰਬਰ ਹੈ 2401 960 2401 960 ਤੁਸੀਂ ਮਿਲਾਣਾ। ਉਸ ਤੋਂ ਬਾਅਦ ਤੁਸੀਂ ਨੰਬਰ ਐਕਸਟੈਂਸ਼ਨ ਦਾ 370 ਇਹ ਹੈਡ ਆਫ ਦ ਡਿਪਾਰਟਮੈਂਟ ਹੈ ਸਬਜ਼ੀ ਵਿਗਿਆਨ ਵਿਭਾਗ ਦੇ, ਉਹਨਾਂ ਦਾ ਮੋਬਾਈਲ ਨੰਬਰ ਵੀ ਮੈਂ ਤੁਹਾਡਾ ਸਾਂਝਾ ਕਰ ਦਿੰਦਾ 9915 35797 9915 35797। ਤੁਸੀਂ ਇਹ ਨੰਬਰ ਤੇ ਸੰਪਰਕ ਕਰੋ, ਬੜੇ ਸਖਾਲੇ ਤਰੀਕੇ ਨਾਲ ਤੁਸੀਂ ਉਹਨਾਂ ਤੱਕ ਪਹੁੰਚ ਸਕਦੇ ਹੋ। ਇੱਕ ਹੋਰ ਮੈਂ ਤੁਹਾਡਾ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ, ਤੁਸੀਂ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੈ ਤੇ ਉਹ ਪਤਾ ਰੋਗ ਹਸਪਤਾਲ ਦੀ ਪਹਿਲਾਂ ਹੀ ਵਿਜ਼ਿਟ ਕੀਤਾ ਸੀ, ਡਾਕਟਰ ਸਿਮਰਜੀਤ ਕੌਰ ਉੱਥੇ ਬਤੌਰ ਵਿਗਿਆਨੀ ਸੇਵਾਵਾਂ ਨਿਭਾ ਰਹੇ ਨੇ। ਫਿਰ ਯੂਨੀਵਰਸਿਟੀ ਦਾ ਤੁਸੀਂ ਨੰਬਰ ਬਣਾਉਣਾ 0161 2401 960 ਤੇ ਉਸ ਤੋਂ ਬਾਅਦ ਤੁਸੀਂ ਮੰਗ ਲੈਣਾ ਪੌਦਾ ਰੋਗ ਹਸਪਤਾਲ 417 ਉਹਦੀ ਐਕਸਟੈਂਸ਼ਨ ਹੈ। ਕਿ ਮੈਡਮ ਠੀਕ ਹੈ ਜੀ? ਮੈਂ 417 ਐਕਸਟੈਂਸ਼ਨ ਮੰਗ ਕੇ ਤੁਸੀਂ ਜਿਹੜੀ ਵੀ ਤੁਹਾਡੀ ਫਸਲ ਦੀ ਬਾਬਤ ਕੋਈ ਸਮੱਸਿਆ ਹੈ, ਚਾਹੇ ਮਿੱਟੀ ਦੀ ਸਮੱਸਿਆ ਹੈ, ਚਾਹੇ ਕੀੜਿਆਂ ਦੀ ਸਮੱਸਿਆ, ਚਾਹੇ ਨਦੀਨਾਂ ਦੀ ਸਮੱਸਿਆ, ਤੁਸੀਂ ਇਹਨਾਂ ਨਾਲ ਕਿਸੇ ਵਕਤ ਵੀ ਸੰਪਰਕ ਕਰ ਸਕਦੇ ਹੋ। ਹਾਂਜੀ ਰਵੀ, ਤੁਸੀਂ ਵਾਰਤਾਲਾਪ ਪਲੀਜ਼ ਅੱਗੇ ਕੰਟੀਨਿਊ ਕਰੋ, ਬਾਕੀ ਹੋਰ ਕੋਈ ਸਵਾਲ ਮੈਂ ਨਾਲ ਲੈਂਦਾ ਰਹਾਂ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਡਾਕਟਰ ਸਾਹਿਬ ਆਪਾਂ ਗੱਲਬਾਤ ਕਰ ਰਹੇ ਸੀਗੇ ਨਦੀਨਾਂ ਬਾਰੇ। ਸੋ ਮੈਂ ਤੁਹਾਨੂੰ ਜਿਹੜਾ ਅਖੀਰਲਾ ਜਿਹੜਾ ਪ੍ਰਸ਼ਨ ਪੁੱਛਿਆ ਸੀ ਉਹ ਸੀਗਾ ਵੀ ਅਸੀਂ ਕੋਈ ਤਕਨੀਕ ਇਹੋ ਜਿਹਾ ਕੋਈ ਤਰੀਕਾ ਜਾਂ ਜਿਵੇਂ ਕਹਿ ਲੈਂਦੇ ਹੋ ਵੀ ਕੋਈ ਵੀ ਤਰੀਕਾ ਹੋਵੇ ਜਿਹਦੇ ਨਾਲ ਅਸੀਂ ਆਪਣੇ ਖੇਤ ਨੂੰ, ਆਪਦੀ ਫਸਲ ਨੂੰ ਨਦੀਨਾਂ ਤੋਂ ਬਿਲਕੁਲ ਅਸੀਂ ਫ੍ਰੀ ਕਰ ਸਕੀਏ, ਵੀ ਸਾਡੇ ਖੇਤ ਵਿੱਚ ਇੱਕ ਵੀ ਨਦੀਨ ਨਾ ਹੋਵੇ, ਉਹ ਤਰੀਕਾ ਸਾਡੇ ਕਿਸਾਨ ਵੀਰਾਂ ਨੂੰ
ਸੋ ਆਪਣੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ ਜਾਂ ਰੋਕਥਾਮ ਕਰਨ ਲਈ ਸਾਨੂੰ, ਜਿਵੇਂ ਮੈਂ ਪਹਿਲਾਂ ਕਿਹਾ, ਸਰਬਪੱਖੀ ਢੰਗ ਵਰਤਣੇ ਪੈਣਗੇ। ਜਿਵੇਂ ਸਭ ਤੋਂ ਪਹਿਲਾਂ ਬਿਜਾਈ ਦਾ ਸਹੀ ਸਮਾਂ। ਜੇ ਖੇਤ ਵਿੱਚ ਜੇ ਫਸਲ ਹੈ ਉਹ ਪੂਰੇ ਸਮੇਂ ਤੇ ਸਹੀ ਸਮੇਂ ਤੇ ਬੀਜੀ ਹੋਏਗੀ ਤਾਂ ਉਹਦਾ ਪਟਾਰਾ ਵੀ ਚੰਗਾ ਹੁੰਦਾ ਹੈ ਤੇ ਉਹ ਫਸਲ ਭਰਵੀਂ ਵੀ ਹੁੰਦੀ ਹੈ। ਬੀਜ ਦੀ ਸਹੀ ਮਾਤਰਾ ਤੇ ਬੀਜਣ ਦਾ ਢੰਗ, ਜਿਵੇਂ ਆਪਾਂ ਕਣਕ ਦੀ ਗੱਲ ਕਰੀਏ ਤਾਂ ਹੈਪੀ ਸੀਡਰ ਹੈ, ਇਹ ਦੇਖਣ ਦਾ ਆਇਆ ਜਦੋਂ ਆਪਾਂ ਪਰਾਲੀ ਸਾਂਭ ਕੇ ਖੇਤ ਵਿੱਚ ਆਪਾਂ ਜਦੋਂ ਕਣਕ ਦੀ ਕਾਸ਼ਤ ਕਰਦੇ ਆ ਤਾਂ ਗੁੱਲੀ ਡੰਡੀ ਦੀ ਸਮੱਸਿਆ ਜਦੋਂ ਆਪਾਂ ਹੌਲੀ ਹੌਲੀ ਘਟਦੀ ਹੈ ਤੇ 5ਵੇਂ 6ਵੇਂ ਸਾਲ ਤੇ ਜਾ ਕੇ ਆਪਾਂ ਨੂੰ ਸਮੱਸਿਆ ਬਹੁਤ ਘੱਟ ਨਜ਼ਰ ਆਉਣ ਲੱਗ ਪੈਂਦੀ ਹੈ। ਸੋ ਉਸ ਤੋਂ ਬਾਅਦ ਕਈ ਇਹੋ ਜਿਹੀਆਂ ਵੈਰਾਈਟੀਆਂ ਨੇ ਜਿਹੜੀਆਂ ਬਹੁਤ ਅੱਛਾ ਫੈਲਦੀਆਂ ਨੇ, ਸੋ ਉਹਨਾਂ ਵੈਰਾਈਟੀਆਂ ਦੀ ਕਾਸ਼ਤ ਕੀਤੀ ਜਾਵੇ ਤੇ ਕੈਮੀਕਲ ਤਰੀਕੇ ਕਈ ਨੇ ਆਪਣੇ ਕੋਲ, ਸੋ ਇਹਨਾਂ ਦਾ ਇਸਤੇਮਾਲ ਕੀਤਾ ਜਾਵੇ। ਇੱਕ ਬੜਾ ਵਧੀਆ ਤਰੀਕਾ ਹੈ ਜੀ ਫਸਲੀ ਚੱਕਰ। ਜੇ ਆਪਾਂ ਆਪਣਾ ਫਸਲੀ ਚੱਕਰ ਤੋੜ ਦਈਏ, ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ, ਝੋਨਾ ਕਣਕ ਫਸਲੀ ਚੱਕਰ ਵਿੱਚ ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਹੈ। ਸੋ ਅਗਰ ਮੈਂ ਕਣਕ ਦੀ ਬਜਾਏ ਆਲੂ ਦੀ ਫਸਲ ਲੈ ਲਵਾਂ ਜਾਂ ਤੋਰੀਏ ਜਾਂ ਸਰੋਂ ਦੀ ਫਸਲ ਲੈ ਲਵਾਂ ਜਾਂ ਸੂਰਜਮੁਖੀ ਜਾਂ ਕੋਈ ਹੋਰ ਫਸਲ ਲੈ ਲਵਾਂ ਜਾਂ ਝੋਨੇ ਦੀ ਬਜਾਏ ਮੈਂ ਨਰਮਾ ਲਗਾ ਲਵਾਂ, ਸੋ ਏਦਾਂ ਅਗਰ ਆਪਾਂ ਫਸਲੀ ਚੱਕਰ ਵੀ ਬਦਲਾਂਗੇ, ਜਿਹੜਾ ਕਿ ਫਾਰਮਰ ਲੈਵਲ ਤੇ ਥੋੜਾ ਔਖਾ, ਕਿਉਂਕਿ ਜਿਹੜਾ ਝੋਨਾ ਕਣਕ ਲਾ ਰਿਹਾ ਕਿਉਂਕਿ ਇੱਕ ਤਾਂ ਮਾਰਕੀਟ ਹੈਗੀ ਹੈ ਉਹਦੀ, ਸੋ ਉਹਦੇ ਅਕੋਰਡਿੰਗ ਲੱਗ ਰਹੀ ਹੈ, ਪਰ ਫਿਰ ਵੀ ਇਹ ਸਭ ਤੋਂ ਕਾਰਗਰ ਤਰੀਕਾ ਹੈ ਕਿ ਅਗਰ ਤੁਸੀਂ ਫਸਲੀ ਚੱਕਰ ਨੂੰ ਬਦਲ ਲੈਂਦੇ ਹੋ ਤਾਂ ਕਈ ਨਦੀਨਾਂ ਦੀ ਸਮੱਸਿਆ ਆਟੋਮੈਟਿਕਲੀ ਸੋਲਵ ਹੋ ਜਾਂਦੀ ਹੈ। ਸੋ ਇਸ ਤੋਂ ਇਲਾਵਾ ਅਖੀਰ ਵਿੱਚ ਸਾਰੇ ਤਰੀਕਿਆਂ ਨਾਲ ਜਦੋਂ ਆਪਾਂ ਨਦੀਨਾਂ ਦੀ ਰੋਕਥਾਮ ਕਰ ਲਈਏ ਤਾਂ ਜੇ ਖੇਤ ਵਿੱਚ ਫਿਰ ਵੀ ਨਦੀਨ ਬਚ ਜਾਣ ਤਾਂ ਕੋਸ਼ਿਸ਼ ਕਰੀਏ ਕਿ ਇਹਨਾਂ ਨਦੀਨਾਂ ਨੂੰ ਬੀਜ ਬਣਾਉਣ ਤੋਂ ਪਹਿਲਾਂ ਪੁੱਟ ਦਈਏ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਿਉਂਕਿ ਜਦੋਂ ਕੋਈ ਨਦੀਨ, ਜਿਵੇਂ ਗੁੱਲੀ ਡੰਡੇ ਦੀ ਗੱਲ ਕੀਤੀ, ਤਾਂ ਲੱਖਾਂ ਨਦੀਨ ਆਪਣੇ ਖੇਤ ਵਿੱਚ ਸੁੱਟ ਕੇ ਆਉਂਦਾ ਹੈ। ਸੋ ਆਪਾਂ ਅਖੀਰਲਾ ਆਪਣਾ ਹੱਲ ਇਹੀ ਹੈ ਕਿ ਆਪਾਂ ਜਦੋਂ ਨਦੀਨ ਬਚ ਜਾਂਦੇ ਨੇ ਉਹਨੂੰ ਆਪਾਂ ਕਿਸੇ ਹਰ ਹੀਲਾ ਵਸੀਲਾ ਵਰਤੀਏ ਕਿ ਉਹਨੂੰ ਆਪਾਂ ਪੁੱਟ ਦਈਏ ਪਹਿਲਾਂ, ਬੀਜ ਬਣਾਉਣ ਤੋਂ ਪਹਿਲਾਂ। ਕਹਿਣ ਦਾ ਮਤਲਬ ਵੀ ਉਹਦਾ ਕੁਛ ਜਿਹੜਾ ਕਹਿੰਦੇ ਆ ਵੀ ਬੂਟਾ, ਕੋਈ ਉਹਦਾ ਬੀਜ ਜਾਂ ਕੋਈ ਉਹਦਾ ਕਣ ਵੀ ਸਾਡੇ ਖੇਤ ਵਿੱਚ ਰਹਿ ਗਿਆ ਤਾਂ ਕਿਸਾਨ ਵੀਰੋ ਸਾਡੇ ਖੇਤਾਂ ਦੇ ਵਿੱਚ ਜਿਹੜਾ ਨਦੀਨ ਆਉਣ ਦਾ ਜਿਹੜਾ ਖਦਸ਼ਾ, ਜਿਹੜਾ ਚਾਂਸਸ ਆ ਉਹ ਵੱਧ ਜਾਂਦੇ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਡਾਕਟਰ ਸਾਹਿਬ ਨੇ ਦੱਸੀਆਂ, ਫਸਲੀ ਚੱਕਰ ਦੱਸਿਆ ਡਾਕਟਰ ਸਾਹਿਬ ਨੇ, ਹੋਰ ਗੱਲਾਂ ਦੱਸਿਆ ਵੀ ਜਿੰਨਾ ਕਰਕੇ ਨਦੀਨ ਸਾਡੇ ਖੇਤਾਂ ਵਿੱਚ ਆ ਸਕਦੇ ਨੇ, ਉਹਨਾਂ ਗੱਲਾਂ ਦਾ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ। ਬਿਜਾਈ ਦਾ ਸਮਾਂ, ਬੀਜ ਬਾਰੇ ਡਾਕਟਰ ਸਾਹਿਬ ਨੇ ਦੱਸਿਆ। ਸੋ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਜੇ ਅਸੀਂ ਆਪਣੇ ਜਿਹੜੇ ਖੇਤਾਂ ਨੂੰ, ਫਸਲਾਂ ਨੂੰ ਨਦੀਨਾਂ ਤੋਂ ਮੁਕਤ ਕਰਨਾ ਹੈ। ਤੇ ਨਦੀਨਾਂ ਤੋਂ ਮੁਕਤ ਕਰਾਂਗੇ ਕਿਉਂਕਿ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਵੀ ਕਿੰਨੀਆਂ ਸਪਰੇਆਂ ਕਰਨੀਆਂ ਪੈਂਦੀਆਂ ਨੇ ਜੀ, ਬੜਾ ਕੁਝ ਕਰਨਾ ਪੈਂਦਾ ਇਹਨਾਂ ਚੀਜ਼ਾਂ ਨੂੰ ਸੁਚਾਰੂ ਤਰੀਕੇ ਨਾਲ ਜਿਹੜੀ ਫਸਲ ਤੋਂ ਵਧੀਆ ਮੁਨਾਫਾ ਲੈਣ ਲਈ। ਸੋ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਤੇ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ, ਜੇ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਡਾਕਟਰ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ। ਪੌਦਾ ਰੋਗ ਹਸਪਤਾਲ ਵਿਖੇ ਤੁਸੀਂ ਆ ਸਕਦੇ ਹੋ, ਟੈਲੀਫੋਨ ਤੇ ਗੱਲ ਕਰ ਸਕਦੇ ਹੋ। ਸੋ ਇਹ ਸਾਡੇ ਵਿਗਿਆਨੀ ਤੁਹਾਡੀ ਜਿਹੜੀ ਸੇਵਾ ਦੇ ਵਿੱਚ ਹਾਜ਼ਰ ਨੇ। ਸੋ ਇਹ ਸਾਡੇ ਨਾਲ ਡਾਕਟਰ ਸਿਮਰਪ੍ਰੀਤ ਕੌਰ ਜੀ।